ਇਹੋ ਜਿਹੇ ਸਟੈਪ ਦੇ ਨਾਲ ਖਿਲਾਰਾ ਹੋਰ ਪੈ ਜਾਊਗਾ। तो हुण हट के मैं तुहानूं सवाल पूछना चाहना कि मीडिया दे विच बहुत चर्चा चल रही है। ਇਹਦਾ ਮਤਲਬ ਆਧਾਰ ਕਾਰਡ ਵੀ ਜਾਂ ਤਾਂ ਨਕਲੀ ਬਣਾਏ ਜਾ ਰਹੇ ਸੀ ਜਾਂ ਚੇਂਜ ਕਰਾਏ ਜਾ ਰਹੇ ਸੀ। ਹੁਣ ਇਹਦੇ ਵਿੱਚ ਇਸ ਡੇਟ ਨੂੰ ਸੁਮੇਧ ਸੈਣੀ ਨੂੰ ਡੀਜੀ ਦੀ ਪੋਸਟ ਤੋਂ ਇੱਕ ਦਿਨ ਪਹਿਲਾਂ ਹੀ ਹਟਾਇਆ ਗਿਆ। ਹੁਣ ਐਸਐਸ ਸੈਣੀ ਉੱਥੇ ਮੌਜੂਦ ਨਹੀਂ ਹੈ, ਪਰ ਉਹਦੀ ਚੇਅਰਮੈਨਸ਼ਿਪ 'ਚ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਨੈਕਸਟ ਟਰਮ ਉਹਦੇ ਕੰਟਰੋਲ ਦੇ ਵਿੱਚ ਫਾਰਮ ਹੋ ਰਹੀ ਹੈ। ਮੈਨੂੰ ਇਹ ਲੱਗਦਾ ਹੈ ਵੀ ਐਸੇ ਅਫਸਰਾਂ ਕਰਕੇ ਸਾਡੇ ਮੈਡਲ ਨਹੀਂ ਆਉਂਦੇ। ਨਾਲ ਇੱਕ ਫਰਾਡ ਦਾ ਵੀ ਕੇਸ ਚੱਲਣਾ ਚਾਹੀਦਾ ਹੈ, ਕਿਉਂਕਿ ਹਾਲੇ ਤੱਕ ਇਹ ਸਿਰਫ ਇੱਕ ਅਫਵਾਹ ਹੈ, ਚਰਚਾ ਹੈ मीडिया ਦੇ ਵਿੱਚ। ਹਾਲੇ ਕੋਈ ਮੈਂ ਵੀ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰ ਸਕਦਾ ਵੀ ਹਾਂਜੀ ਇਹ ਕਨਫਰਮ ਹੋ ਗਿਆ, ਲੇਕਿਨ ਇਹ ਚਰਚਾ ਚੱਲ ਰਹੀ ਹੈ। ਸਾਰੇ ਹਿੰਦੁਸਤਾਨ ਦੇ ਵਿੱਚ ਹੀ IAS IPSਾਂ ਨੇ ਕਬਜ਼ਾ ਕੀਤਾ ਹੋਇਆ ਹੈ ਐਸੀ ਐਸੋਸੀਏਸ਼ਨਾਂ ਦੇ ਉੱਪਰ। ਨੈਸ਼ਨਲ ਬਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੁਮੇਧ ਸਿੰਘ ਸੈਣੀ ਐਕਸ DGP ਪੰਜਾਬ, ਉਹਨਾਂ ਦਾ ਨਾਮ ਲੈਂਦੇ ਹੀ ਆਪਣੇ ਪੰਜਾਬ ਦੇ ਹਰ ਵਿਅਕਤੀ ਦੇ ਦਿਮਾਗ 'ਚ ਇੱਕੋ ਗੱਲ ਆਉਂਦੀ ਹੈ, ਦਹਿਸ਼ਤ, ਤਸ਼ੱਦਦ, ਧੱਕਾ। ਇਸੇ ਤਰ੍ਹਾਂ ਸੁਮੇਧ ਸਿੰਘ ਸੈਣੀ ਹੋਰਾਂ ਨੇ ਧੱਕਾ ਕੀਤਾ ਚੰਡੀਗੜ੍ਹ ਦੀ ਰੈਸਲਿੰਗ ਐਸੋਸੀਏਸ਼ਨ ਦੇ ਵਿੱਚ। ਅੱਜ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਹਾਈ ਕੋਰਟ ਵੱਲੋਂ। ਉਹ ਸਾਰੀ ਗੱਲ ਤੇ ਚਰਚਾ ਕਰਾਂਗੇ ਪ੍ਰਦੀਪ ਵਿਰਕ ਹੋਰਾਂ ਨਾਲ। ਵਿਰਕ ਸਾਹਿਬ, ਇਹ ਕੀ ਮਸਲਾ ਹੈ ਜਿਹੜਾ ਅੱਜ ਉਹਨੂੰ ਨੋਟਿਸ ਹੋਇਆ ਔਰ ਜਿਹੜੇ ਤੁਸੀਂ ਮੈਨੂੰ ਕਾਗਜ਼ ਦਿਖਾਏ ਨੇ ਇਹਦੇ ਵਿੱਚ ਉਹ ਲਾਈਫ ਟਾਈਮ ਪ੍ਰੈਜ਼ੀਡੈਂਟ ਬਣਿਆ? ਕਿਆ ਐਸੀ ਕੋਈ ਪੋਸਟ ਹੁੰਦੀ ਹੈ ਜਾਂ ਇਸ ਸੈਣੀ ਸਾਹਿਬ ਨੇ ਆਪ ਹੀ ਕ੍ਰੀਏਟ ਕਰ ਲਈ? ਦੇਖੋ ਜੀ, ਕੇਸ ਇੱਕ ਬੜਾ ਸਿੰਪਲ ਜਿਹਾ ਇਸ਼ੂ ਸੀ। ਰੈਸਲਿੰਗ ਐਸੋਸੀਏਸ਼ਨ ਜਿਹੜੀ ਚੰਡੀਗੜ੍ਹ ਦੇ ਵਿੱਚ ਰੈਸਲਰਸ ਨੂੰ ਪ੍ਰਮੋਟ ਕਰਨ ਦੇ ਲਈ, ਉਹਨਾਂ ਦੇ ਰੈਸਲਿੰਗ ਇਵੈਂਟਸ ਕਰਾਉਣ ਦੇ ਲਈ ਔਰ ਉਹਨਾਂ ਨੂੰ ਅੱਗੇ ਭੇਜਣ ਦੇ ਲਈ ਇੱਕ ਆਰਗੇਨਾਈਜੇਸ਼ਨ ਬਣਾਈ ਗਈ ਹੈ ਜਿਹਨੇ ਨੈਸ਼ਨਲ ਲੈਵਲ ਇਵੈਂਟਸ ਆਰਗੇਨਾਈਜ਼ ਕਰਨੇ ਹੈ ਔਰ ਨੈਸ਼ਨਲ ਲੈਵਲ ਤੇ ਰੈਸਲਰਸ ਨੂੰ ਭੇਜਣਾ ਹੈ। ਉਹ ਬਾਡੀ ਹੈ ਜਿਹਦੇ ਉੱਤੇ ਕਿਤੇ ਨਾ ਕਿਤੇ ਡਾਇਰੈਕਟ ਸਟੇਟ ਦਾ ਕੋਈ ਰੋਲ ਨਹੀਂ ਹੁੰਦਾ, ਬਟ ਚੰਡੀਗੜ੍ਹ ਸਪੋਰਟਸ ਕਾਉਂਸਲ ਦੇ ਥਰੂ ਉਹਨਾਂ ਦੀ ਮੈਲ ਐਡਮਿਨਿਸਟ੍ਰੇਸ਼ਨ, ਜਿਹਨੂੰ ਅਸੀਂ ਕਹਿੰਦੇ ਉਹਨਾਂ ਦੀ ਧੱਕੇਸ਼ਾਹੀ ਨੂੰ ਚੈੱਕ ਕੀਤਾ ਜਾਂਦਾ ਹੈ। ਹੁਣ ਇਹਨਾਂ ਨੇ ਰੈਸਲਰਸ ਭੇਜਣੇ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੇ ਕੰਪੀਟ ਕਰਨਾ ਹੈ, ਫਿਰ ਉਹ ਨੈਸ਼ਨਲ ਟੀਮ ਸਾਡੀ ਜਿਹੜੀ ਹੋਊਗੀ ਉਹ ਇੰਟਰਨੈਸ਼ਨਲ ਲੈਵਲ ਤੇ ਕੰਪੀਟ ਕਰੂਗੀ। ਸੋ ਇਸ ਕੇਸ ਦੇ ਵਿੱਚ ਜਿਹੜੇ ਰੈਸਲਰਸ ਕੰਟੈਸਟ ਕਰ ਰਹੇ ਸੀ, ਜਿਨ੍ਹਾਂ ਨੂੰ ਅੱਗੇ ਨੈਸ਼ਨਲ ਲੈਵਲ ਤੇ ਭੇਜਿਆ ਜਾ ਰਿਹਾ ਸੀ, ਬਹੁਤ ਸਾਰੇ ਰੈਸਲਰਸ ਜਿਹੜੇ ਸਿਲੈਕਟ ਨਹੀਂ ਹੋਏ, ਉਹਨਾਂ ਦਾ ਕਹਿਣਾ ਸੀ ਕਿ ਉਹ ਸਿਲੈਕਟ ਤਾਂ ਨਹੀਂ ਹੋ ਰਹੇ ਬਿਕੋਜ਼ ਜਿਹੜੇ ਦੂਜੇ ਸਟੇਟਸ ਦੇ ਰੈਸਲਰਸ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਰੈਸਲਰ ਬਣਾ ਕੇ ਭੇਜਿਆ ਜਾ ਰਿਹਾ, ਜੋ ਕਿ ਅਲਾਉਡ ਨਹੀਂ ਹੈ। ਜਦੋਂ ਚੰਡੀਗੜ੍ਹ ਵੱਲੋਂ ਕੋਈ ਰੈਸਲਰ ਜਾ ਰਿਹਾ ਤੇ ਉਹ ਚੰਡੀਗੜ੍ਹ ਤੋਂ ਹੀ ਹੋਣਾ ਚਾਹੀਦਾ ਹੈ, ਜਿਹਨੂੰ ਅਸੀਂ ਡੋਮਿਸਾਈਲ ਕਹਿ ਦਿੰਦੇ ਹਾਂ ਜਾਂ ਉਹਦਾ ਰੈਜ਼ੀਡੈਂਸ਼ੀਅਲ ਐਡਰੈਸ, ਉਹ ਸਾਰਾ ਕੁਝ ਚੰਡੀਗੜ੍ਹ ਦਾ ਹੋਣਾ ਚਾਹੀਦਾ ਹੈ। ਹੁਣ ਇੱਥੇ ਉਹ ਰੈਸਲਰਸ ਇੱਕ 2016 ਦੇ ਵਿੱਚ ਵੀ ਕੰਪਲੇਂਟ ਦਿੱਤੀ ਕਿ ਜੀ 18 ਰੈਸਲਰਸ ਭੇਜੇ ਗਏ, ਜਿਹਦੇ ਚੋਂ ਕਰੀਬ 17 ਰੈਸਲਰ ਜਿਹੜੇ ਸੀ ਉਹ ਦੂਜੇ ਸਟੇਟਸ ਦੇ ਸੀ, ਮਤਲਬ ਚੰਡੀਗੜ੍ਹ ਤੋਂ ਨਹੀਂ ਸੀ ਜੀ। ਇੱਕ ਹੋਰ ਟਾਈਮ 28 ਰੈਸਲਰ ਭੇਜੇ ਗਏ ਜਿਨ੍ਹਾਂ ਚੋਂ 26 ਬਾਹਰਲੇ ਸੀ। ਸੋ ਤੁਸੀਂ ਇਮੈਜਿਨ ਕਰ ਸਕਦੇ ਹੋ ਕਿੰਨਾ ਵੱਡਾ ਇਹ ਨੰਬਰ ਸੀ ਜੀ। ਹੁਣ ਇਹ ਸਾਰੇ 2016 ਔਨਵਰਡਸ ਦੀਆਂ ਕੰਪਲੇਂਟਸ ਦਿੱਤੀਆਂ ਗਈਆਂ ਸੀ, ਪਰ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ। ਰੂਲ 3.3 ਜਿਹੜਾ ਇਹਦੇ ਵਿੱਚ ਹੈਗਾ, ਉਹਦੇ ਵਿੱਚ ਪ੍ਰੋਵਾਈਡਡ ਹੈ ਕਿ ਆਧਾਰ ਕਾਰਡ ਐਂਡ ਪਾਸਪੋਰਟ ਦੇ ਵਿਲ ਬੀ ਕੰਸੀਡਰਡ ਫॉर ਦੀ ਰੈਜ਼ੀਡੈਂਸ਼ੀਅਲ ਐਡਰੈਸ। ਉਹ ਰੈਜ਼ੀਡੈਂਸ਼ੀਅਲ ਐਡਰੈਸ ਦੇਖ ਕੇ ਉਹਦੇ ਬੇਸਿਸ ਤੇ ਸਿਲੈਕਟ ਕੀਤਾ ਜਾਊਗਾ ਕਿ ਤੁਸੀਂ ਚੰਡੀਗੜ੍ਹ ਬਿਲੋਂਗ ਕਰਦੇ ਹੋ। ਇਹਦਾ ਮਤਲਬ ਆਧਾਰ ਕਾਰਡ ਵੀ ਜਾਂ ਤਾਂ ਨਕਲੀ ਬਣਾਏ ਜਾ ਰਹੇ ਸੀ ਜਾਂ ਚੇਂਜ ਕਰਾਏ ਜਾ ਰਹੇ ਸੀ। ਕੀ ਹੋ ਰਿਹਾ ਸੀ ਹੁਣ ਉਹ ਤਾਂ ਸੱਚਾਈ ਬਾਹਰ ਆਊਗੀ ਤਾਂ ਹੀ ਪਤਾ ਲੱਗੂਗਾ। ਹੁਣ ਸੁਮੇਧ ਸੈਣੀ ਇਸ ਐਸੋਸੀਏਸ਼ਨ ਦਾ ਲਾਈਫ ਪ੍ਰੈਜ਼ੀਡੈਂਟ ਬਣਿਆ। ਬਾਕੀ ਸਾਰੇ ਇਲੈਕਟ ਹੁੰਦੇ ਆ ਹਰ ਸਾਲ, ਬਾਡੀ ਦੇ ਵਿੱਚ ਇਲੈਕਸ਼ਨਸ ਕਰਾਏ ਜਾਂਦੇ ਆ, ਲੇਕਿਨ ਐਨੂਅਲ ਜਨਰਲ ਮੀਟਿੰਗ ਹੈ ਜਿਹੜੀ 2015 ਦੀ, ਇਹ ਉਸ ਦੀ RTI ਦੇ ਵਿੱਚ ਲਈ ਇਨਫੋਰਮੇਸ਼ਨ ਹੈ, ਜਿਹਨੂੰ ਮੈਂ ਤੁਹਾਨੂੰ ਦਿਖਾ ਰਿਹਾ ਕਿ ਹਾਈਲਾਈਟ ਕੀਤੇ ਹੋਏ ਪੇਜਸ ਨੇ, ਪਰ ਮੈਂ ਟਾਈਪਡ ਕਾਪੀ ਇਹਦੇ ਤੁਹਾਡੇ ਦਰਸ਼ਕਾਂ ਨੂੰ ਕਲੀਅਰ ਦਿਖਾਵਾਂਗਾ ਤਾਂ ਕਿ ਪੜ੍ਹਨ 'ਚ ਸੌਖਾ ਰਹੇ। ਇਹਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਜੀ, ਤੁਸੀਂ ਦੇਖੋਗੇ ਅੰਡਰ 25 ਅਕਤੂਬਰ 2015 ਜੀ। ਹੁਣ ਇਹਦੇ ਵਿੱਚ ਇਸ ਡੇਟ ਨੂੰ ਸੁਮੇਧ ਸੈਣੀ ਨੂੰ DG ਦੀ ਪੋਸਟ ਤੋਂ ਇੱਕ ਦਿਨ ਪਹਿਲਾਂ ਹੀ ਹਟਾਇਆ ਗਿਆ ਸੀ। ਇੰਟਰਸਟਿੰਗ ਗੱਲ ਇਹਦੇ 'ਚ ਲਿਖਿਆ ਹੈ ਅੰਡਰ ਦ ਚੇਅਰਮੈਨਸ਼ਿਪ ਆਫ SS ਸੈਣੀ, ਮਤਲਬ ਸੁਮੇਧ ਸੈਣੀ ਦੀ ਚੇਅਰਮੈਨਸ਼ਿਪ ਦੇ ਅੰਡਰ ਇਹ ਮੀਟਿੰਗ ਹੋਈ ਹੈ ਔਰ ਸੈਣੀ ਦੀ ਮੀਟਿੰਗ ਦੇ ਮਿਨਟਸ ਦੇ ਵਿੱਚ ਸਾਈਨ ਹੈ ਨਹੀਂ, ਜਿਹਦਾ ਮਤਲਬ ਹੈ ਸੁਮੇਧ ਸੈਣੀ ਉਸ ਵੇਲੇ ਮੀਟਿੰਗ ਦੇ ਵਿੱਚ ਮੌਜੂਦ ਨਹੀਂ ਸੀ ਜੀ। ਸੋ ਤੁਸੀਂ ਇਹ ਅੰਡਰਸਟੈਂਡ ਕਰ ਸਕਦੇ ਤੁਹਾਡੇ ਦਰਸ਼ਕ ਵੀ ਕਿ ਜੇ ਇੱਕ ਬੰਦਾ ਚੇਅਰਮੈਨਸ਼ਿਪ ਦੇ ਵਿੱਚ ਮੌਜੂਦ, ਮਤਲਬ ਉਹਦੀ ਚੇਅਰਮੈਨਸ਼ਿਪ 'ਚ ਮੀਟਿੰਗ ਹੋ ਰਹੀ ਹੈ ਔਰ ਉੱਥੇ ਮੌਜੂਦ ਨਹੀਂ ਹੈ, ਉਹ ਸਾਈਨ ਨਹੀਂ ਕਰ ਰਿਹਾ ਕਿਤੇ ਵੀ, ਸੋ ਕੀ ਉਹਦੀ ਚੇਅਰਮੈਨਸ਼ਿਪ ਸੀਗੀ
ਕਿ ਸਿਰਫ ਕਾਗਜ਼ਾਂ ਚੇਅਰਮੈਨਸ਼ਿਪ ਸੀ। ਅਸੀਂ ਉਸ ਤੋਂ ਬਿਯੋਂਡ ਨਹੀਂ ਜਾਂਦੇ। ਹੁਣ ਤੁਸੀਂ ਆਹ ਦੇਖੋਗੇ ਕੁਝ ਹੋਰ ਚੀਜ਼ਾਂ ਹਾਈਲਾਈਟ ਕੀਤੀਆਂ ਜਿਹਦੇ ਵਿੱਚ ਇਹਨਾਂ ਨੇ ਕਿਹਾ, ਮੈਂ ਲਾਈਨਸ ਪੜ੍ਹ ਕੇ ਸੁਣਾਉਣੀਆਂ ਚਾਹਾਂਗਾ। ਇਟ ਵਾਸ ਯੂਨੈਨਿਮਸਲੀ ਡਿਸਾਈਡਡ, ਪ੍ਰੋਸੀਡਿੰਗਸ ਆਫ ਮੀਟਿੰਗਸ ਹੈ, it was unanimously decided that all the power has been given to Shri S.S. Saini to select teams for the next term and look over all the executive and administrative decisions about the office bearers. So office bearers, the executive, the administrative decision land the authority Sumedh Saini nu ditti gayi. Shri S.S. Saini has been authorized by members of association to take any decision on the working of the association. Association ਦੇ working ਦੇ ਉੱਤੇ Sumedh Saini ਨੂੰ ਪੂਰੀ authority ਦੇਤੀ ਕੁਛ ਵੀ ਕੰਮ ਕਰਨ ਦੀ। ਔਰ ਆਹ ਦੇਖੋ ਅਬਜ਼ਰਵਰਸ ਵੀ ਉਸ ਮੀਟਿੰਗ ਦੇ ਵਿੱਚ ਸੀਗੇ ਜੀ। ਉਸ ਤੋਂ ਇਲਾਵਾ ਨਿਊ ਟੀਮ ਆਫ ਐਸੋਸੀਏਸ਼ਨ ਹੈਜ਼ ਬੀਨ ਫਾਰਮਡ ਫॉर द ਨੈਕਸਟ ਟਰਮ ਅੰਡਰ ਦੀ ਕੰਟਰੋਲ ਆਫ ਸੁਮੇਧ ਸਿੰਘ ਸੈਣੀ। ਹੁਣ ਐਸ ਸੈਣੀ ਉੱਥੇ ਮੌਜੂਦ ਨਹੀਂ ਹੈ, ਪਰ ਉਹਦੀ ਚੇਅਰਮੈਨਸ਼ਿਪ 'ਚ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਨੈਕਸਟ ਟਰਮ ਉਹਦੀ ਕੰਟਰੋਲ ਦੇ ਵਿੱਚ ਫਾਰਮ ਹੋ ਰਹੀ ਹੈ। ਔਰ ਸਭ ਤੋਂ ਇੰਪੋਰਟੈਂਟ, no decision will be taken without the permission of Shri S.S. Saini, IPS DGP ਪੰਜਾਬ ਜੀ। ਸਰ ਅਸੀਂ ਪਲੇਅਰਸ ਸਿਲੈਕਟ ਕਰ ਰਹੇ ਹਾਂ, ਇਹ ਉਹ ਪਲੇਅਰਸ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ, ਔਰ ਦੇਖੋ ਲਾਈਫ ਪ੍ਰੈਜ਼ੀਡੈਂਟ ਸ਼੍ਰੀ S.S. ਸੈਣੀ ਜੀ। ਹੁਣ ਭਾਵੇਂ ਤੁਸੀਂ ਰੂਲਸ ਬਣਾ ਕੇ ਉਹਦੇ ਵਿੱਚ ਪ੍ਰੋਵੀਜ਼ਨ ਰੱਖ ਲਓ, ਇਹ ਚੀਜ਼ ਜਾਣਨੀ ਜ਼ਰੂਰੀ ਹੈ ਕਿ ਸਾਡੇ ਪਲੇਅਰਸ ਨੇ ਸਾਡਾ ਨਾਂ, ਜੇ ਸਾਡਾ ਤਿਰੰਗਾ ਓਲੰਪਿਕਸ ਦੇ ਵਿੱਚ ਲਹਿਰਾਉਂਦਾ ਹੈ, ਅਸੀਂ ਫਖਰ ਨਾਲ ਕਹਿੰਦੇ ਹਾਂ ਸਾਡੇ ਮੈਡਲਸ ਆਏ, ਉਹ ਤਾਂ ਆਉਣਗੇ ਜੇ ਕਾਬਿਲ ਪਲੇਅਰਸ ਭੇਜੇ ਜਾਣਗੇ ਔਰ ਜੇ ਕਿਸੇ ਜਾਇਜ਼ ਦਾ ਹੱਕ ਨਹੀਂ ਮਾਰਿਆ ਜਾਊਗਾ ਜੀ। ਮੰਨ ਲਈਏ ਕੋਈ ਕਿਸੇ ਦੀ ਗਲਤੀ ਹੈ ਨਹੀਂ, ਸਾਰਾ ਕੁਝ ਫੇਅਰ ਹੋ ਰਿਹਾ ਹੈ, ਤੇ ਕੰਪਲੇਂਟਸ ਉੱਤੇ ਇਨਕੁਆਇਰੀ ਕਰਕੇ ਉਹ ਜ਼ਾਹਿਰ ਤਾਂ ਪਬਲਿਕ ਤਾਂ ਕਰ ਦਿੰਦੇ ਜੀ। ਸਾਡਾ ਤਾਂ ਇਹ ਕਹਿਣਾ ਹੈ ਕਿ ਜੀ ਇੰਨੀਆਂ ਕੰਪਲੇਂਟਸ ਅਸੀਂ ਦੇਤੀਆਂ, ਉਹਨਾਂ ਕੰਪਲੇਂਟਸ ਤੇ ਕਦੇ ਇਨਕੁਆਇਰੀਜ਼ ਹੀ ਨਹੀਂ ਕੰਡਕਟ ਹੋਈਆਂ। ਵਿਰਕ ਸਾਹਿਬ, ਇਹ ਸੁਮੇਧ ਸਿੰਘ ਸੈਣੀ ਬਾਰੇ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਵੀ ਇਹਨਾਂ ਨੂੰ ਧੱਕਾ ਕਰਨ ਦੀ ਆਦਤ ਹੈ, ਉਹ ਧੱਕਾ ਇਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ। ਹੁਣ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਕਿ ਆਪਾਂ ਰੋਜ਼ ਚਰਚਾ ਕਰਦੇ ਹਾਂ ਵੀ ਹਿੰਦੁਸਤਾਨ 'ਚ ਐਡੀ ਆਬਾਦੀ ਹੈ ਔਰ ਸਾਡੇ ਮੈਡਲ ਨਹੀਂ ਆਉਂਦੇ। ਮੈਨੂੰ ਇਹ ਲੱਗਦਾ ਹੈ ਵੀ ਐਸੇ ਅਫਸਰਾਂ ਕਰਕੇ ਸਾਡੇ ਮੈਡਲ ਨਹੀਂ ਆਉਂਦੇ, ਕਿਉਂਕਿ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਹੈ ਉਹ ਤਾਂ ਸਿਲੈਕਟ ਹੀ ਨਹੀਂ ਕਰਦੇ ਇਹ, ਤੇ ਸਿਫਾਰਸ਼ੀਆਂ ਨੂੰ ਇਹ ਭੇਜ ਦਿੰਦੇ ਨੇ ਜਿਹੜੇ ਉੱਥੋਂ ਹਾਰ ਕੇ ਆ ਜਾਂਦੇ ਨੇ। ਤੇ ਹੁਣ ਤੁਸੀਂ ਇਹਦੇ ਵਿੱਚ ਅੱਗੇ ਜਿਹੜੇ ਪਲੇਅਰਸ ਨੇ, ਜਿਹੜੇ ਕਾਬਲ ਪਲੇਅਰਸ ਨੇ, ਉਹਨਾਂ ਵਾਸਤੇ ਕੀ ਸਟੈਪਸ ਲੈਣ ਜਾ ਰਹੇ ਹੋ, ਜਾਂ ਤੁਸੀਂ ਕੀ ਐਸੋਸੀਏਸ਼ਨ ਨੂੰ ਚੈਲੰਜ ਕੀਤਾ ਵੀ ਤਾਂ ਕਿ ਜਿਹੜੇ ਡਿਜ਼ਰਵਿੰਗ ਪਲੇਅਰ ਨੇ ਉਹਨਾਂ ਨੂੰ ਉਹਨਾਂ ਦਾ ਹੱਕ ਮਿਲ ਸਕੇ? ਸਰ ਸਾਡਾ ਤਾਂ ਇਹ ਕਹਿਣਾ ਹੈ ਨਾਲ ਪਹਿਲਾਂ ਤਾਂ ਕਿ ਜੋ ਵੀ ਹੋ ਰਿਹਾ ਟਰਾਂਸਪੇਰੈਂਟ ਤਰੀਕੇ ਨਾਲ ਹੋਣਾ ਚਾਹੀਦਾ ਜੀ। ਅਖਾੜੇ ਦੇ ਵਿੱਚ ਜੇ ਕੋਈ ਤੁਹਾਡੇ ਰੈਸਲਿੰਗ ਕੰਪੀਟੀਸ਼ਨਸ ਹੋ ਰਹੇ ਹੈ, ਕੋਈ ਟਰਾਇਲਸ ਹੋ ਰਹੇ ਹੈ, ਉਹ ਵੀਡੀਓ ਰਿਕਾਰਡ ਵੀ ਹੋਣੇ ਚਾਹੀਦੇ ਹੈ। ਉਹ ਆਲਰੇਡੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਰეკਮੈਂਡੇਸ਼ਨਸ ਹੈਗੀਆਂ, ਪਰ ਉਹ ਇੰਪਲੀਮੈਂਟ ਨਹੀਂ ਹੋਈਆਂ। ਅੱਛਾ। ਦੂਜੀ ਗੱਲ, ਚੰਡੀਗੜ੍ਹ ਸਪੋਰਟਸ ਕਾਉਂਸਲ ਹਰ ਚੀਜ਼ ਨੂੰ ਡਾਇਰੈਕਟਲੀ ਮੋਨੀਟਰ ਕਰੇ, ਇੱਕ ਵਾਰੀ ਇਹ ਸਾਰਿਆਂ ਨੂੰ ਬਦਲ ਕੇ ਜੀ। ਸਾਡਾ ਜੋ ਕਹਿਣਾ ਹੈ, ਸਭ ਤੋਂ ਇੰਪੋਰਟੈਂਟ ਗੱਲ ਇਹਦੇ 'ਚ ਇਹ ਆਉਂਦੀ ਹੈ ਕਿ ਇੱਥੇ ਸਿਰਫ ਇਹ ਨਹੀਂ ਹੈ ਕਿ ਗਲਤ ਪਲੇਅਰ ਸਿਲੈਕਟ ਕੀਤੇ ਜਾ ਰਹੇ ਹੈ। ਜੇ ਕੋਈ ਗਲਤ ਪਲੇਅਰ ਸਿਲੈਕਟ ਕੀਤਾ ਜਾ ਰਿਹਾ ਹੈ, ਕੋਈ ਡਿਜ਼ਰਵਿੰਗ ਛੱਡਿਆ ਜਾ ਰਿਹਾ ਹੈ, ਉਹਦੇ ਵਿੱਚ ਉਹਨੂੰ ਉਸ ਪਰਟੀਕੂਲਰ ਸਲੋਟ ਦੇ ਉੱਤੇ ਸਿਲੈਕਟ ਕਰਨ ਦੇ ਲਈ ਜਿਹੜੇ ਕਾਗਜ਼ ਤਿਆਰ ਕੀਤੇ ਜਾ ਰਹੇ ਹੈ, ਸਪੋਜ਼ ਕੋਈ ਚੰਡੀਗੜ੍ਹ ਨੂੰ ਬਿਲੋਂਗ ਹੀ ਨਹੀਂ ਕਰਦਾ ਔਰ ਉਹ ਚੰਡੀਗੜ੍ਹੋਂ ਕੰਟੈਸਟ ਕਰ ਰਿਹਾ ਹੈ, ਕੰਪਲੇਂਟ ਦਿੱਤੀ ਜਾ ਰਹੀ ਹੈ, ਇਹ ਕੋਈ ਛੋਟਾ ਇਸ਼ੂ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਉਹ ਬੰਦੇ ਨੇ ਕੋਈ ਝੂਠਾ ਕਾਗਜ਼ ਦਿੱਤਾ ਹੈ ਜੀ। ਸੋ ਉਹ ਬੰਦੇ ਦੇ ਖਿਲਾਫ ਤਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, FIR ਰਜਿਸਟਰ ਹੋਣੀ ਚਾਹੀਦੀ ਹੈ ਜੀ। ਇਹ ਨਹੀਂ ਹੋਣਾ ਚਾਹੀਦਾ ਕਿ ਉਸ ਬੰਦੇ ਨੂੰ ਤਾਂ ਸਗੋਂ ਤੁਸੀਂ ਨੈਸ਼ਨਲ ਖੇਡਣ ਲਈ ਭੇਜ ਦਿਓ, ਕਿਉਂਕਿ ਉਹ ਕਿਸੇ ਹੋਰ ਜਾਇਜ਼ ਰੈਸਲਰ ਦਾ ਹੱਕ ਮਾਰ ਰਿਹਾ ਹੈ। ਇਹਦਾ ਮਤਲਬ ਟਰਾਂਸਪੇਰੈਂਸੀ ਹੋਣੀ ਸਭ ਤੋਂ ਇੰਪੋਰਟੈਂਟ ਹੈ। ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਨਾਲ ਨਾਲ ਇੱਕ ਫਰਾਡ ਦਾ ਵੀ ਕੇਸ ਚੱਲਣਾ ਚਾਹੀਦਾ ਹੈ ਵੀ ਜਿਹੜੇ ਰੈਸਲਰਸ ਨੇ ਆਪਣੇ ਝੂਠੇ ਡਾਕੂਮੈਂਟਸ ਕ੍ਰੀਏਟ ਕੀਤੇ ਔਰ ਭਾਵੇਂ ਉਹ 1 ਮਹੀਨਾ ਪਹਿਲਾਂ ਕਿਤੇ ਰਹਿ ਰਹੇ ਸੀ ਤੇ ਸਡਨਲੀ ਉਹ ਚੰਡੀਗੜ੍ਹ ਆ ਕੇ ਰਹਿਣ ਲੱਗ ਗਏ, ਆਪਣੇ ਡਾਕੂਮੈਂਟ ਬਣਾਤੇ, ਤੇ ਉਹਨਾਂ ਉੱਪਰ ਵੀ FIR ਦਰਜ ਹੋਣੀਆਂ ਚਾਹੀਦੀਆਂ। ਉਹ ਹੋਣੀਆਂ ਚਾਹੀਦੀਆਂ ਜਾਂ ਐਟਲੀਸਟ ਕੋਈ ਪੈਰਾਮੀਟਰ ਹੋਣਾ ਚਾਹੀਦਾ ਜਿਹਦੇ ਨਾਲ ਵੈਰੀਫਾਈ ਕਰਕੇ ਸੱਚਾਈ ਜਗ ਜ਼ਾਹਿਰ ਕੀਤੀ ਜਾ ਸਕੇ ਜੀ। ਇਹ ਆਫਟਰ ਆਲ ਇੰਡੀਆ ਦੇ ਲਈ ਨੈਸ਼ਨਲ ਨਹੀਂ, ਇੰਟਰਨੈਸ਼ਨਲ ਲੈਵਲ ਤੇ ਸਹੀ ਪਲੇਅਰਸ ਸਿਲੈਕਟ ਕਰਨ ਦਾ, ਸਹੀ ਰੈਸਲਰ ਸਿਲੈਕਟ ਕਰਨ ਦਾ ਔਰ ਮੈਡਲ ਜਿੱਤਣ ਦਾ ਸਵਾਲ ਹੁੰਦਾ ਜੀ। ਅੱਛਾ ਵਿਰਕ ਸਾਹਿਬ, ਇੱਕ ਇਸ ਤੋਂ ਹੁਣ ਹਟ ਕੇ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਮੀਡੀਆ ਦੇ ਵਿੱਚ ਬਹੁਤ ਚਰਚਾ ਚੱਲ ਰਹੀ ਹੈ। ਅੱਜ ਸੁਖਬੀਰ ਬਾਦਲ ਉਹਨਾਂ ਨੂੰ ਸਿੱਟ ਨੇ ਬੁਲਾਇਆ ਸੀ ਔਰ ਤਕਰੀਬਨ 3 ਘੰਟੇ ਦੇ ਆਸ-ਪਾਸ ਉਹਨਾਂ ਦੀ ਇੰਟੈਰੋਗੇਸ਼ਨ ਹੋਈ ਹੈ।
ਇੱਕ ਬਹੁਤ ਚਰਚਾ ਚੱਲ ਰਹੀ ਹੈ ਕਿ ਸੁਮੇਧ ਸਿੰਘ ਸੈਣੀ ਨੂੰ ਸਰਕਾਰੀ ਗਵਾਹ ਬਣਾ ਲਿਆ ਜਾਵੇ ਬਰਗਾੜੀ ਬਾਈਬਲ ਕਲਾਂ ਕੋਟਕਪੂਰਾ ਗੋਲੀकांड ਦੇ ਵਿੱਚ, ਔਰ ਉਸ ਵਿੱਚ ਜੇ ਇਹ ਗਵਾਹੀ ਦੇ ਦਿੰਦਾ ਹੈ ਕਿ ਜੀ ਮੈਨੂੰ ਸੁਖਬੀਰ ਬਾਦਲ ਉਹਨਾਂ ਨੇ ਕਿਹਾ ਸੀ ਜਾਂ ਵੱਡੇ ਬਾਦਲ ਸਾਹਿਬ ਨੇ ਕਿਹਾ ਸੀ, ਕਿਸੇ ਨੇ ਵੀ ਜੋ ਵੀ ਇਹ ਗਵਾਹੀ ਦੇਗਾ, ਤੇ ਤੁਹਾਨੂੰ ਲੱਗਦਾ ਹੈ ਵੀ ਐਸਾ ਇਹ ਪਾਸਾ ਪਲਟ ਸਕਦਾ ਸੁਖਬੀਰ ਬਾਦਲ ਉਹਨਾਂ ਦੇ? ਕਿਉਂਕਿ ਸੁਖਬੀਰ ਬਾਦਲ ਉਹਨਾਂ ਨੇ ਤਾਂ ਇਹਨੂੰ ਡੀਜੀਪੀ ਲਾਇਆ, ਸਾਰੀ ਵਿਰੋਧਤਾ ਦੇ ਬਾਵਜੂਦ ਉਹਨਾਂ ਨੇ ਨਾਰਾਜ਼ਗੀ ਝੱਲੀ ਸੁਖਬੀਰ ਬਾਦਲ ਉਹਨਾਂ ਨੇ, ਤੇ ਸ਼ਾਇਦ ਹੀ ਕਿਸੇ ਨੇ ਕੁਝ ਇੰਨਾ ਕੀਤਾ ਹੋਵੇ ਇਹਦੇ ਲਈ ਜਿੰਨਾ ਸੁਖਬੀਰ ਬਾਦਲ ਉਹਨਾਂ ਨੇ ਕੀਤਾ ਹੈ। ਤੁਹਾਨੂੰ ਕੀ ਲੱਗਦਾ ਇਹਦੇ ਵਿੱਚ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ, ਇੰਨਾ ਸੌਖਾ ਵਾਦਾ ਮਾਫ ਗਵਾਹ ਬਣਾਉਣਾ ਨਹੀਂ ਹੈ। ਠੀਕ ਹੈ ਜੀ। ਬਿਕੋਜ਼ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆਊਗੀ, ਦੋ ਅੱਡ-ਅੱਡ ਕੇਸਿਸ ਨੇ ਜੀ। ਸੋ ਐਜ਼ ਡੀਜੀਪੀ ਉਹਨੂੰ ਮੰਨਣਾ ਪੈਣਾ ਹੈ ਕਿ ਜੀ ਮੈਨੂੰ ਆਰਡਰ ਦਿੱਤਾ ਗਿਆ ਔਰ ਮੈਂ ਉਹ ਆਰਡਰ ਨੂੰ ਇੰਪਲੀਮੈਂਟ ਕੀਤਾ ਜੀ। ਸੋ ਦੋਵੇਂ ਕੇਸ 'ਚ ਵਾਦਾ ਮਾਫ ਗਵਾਹ ਬਣਾਉਣਾ, ਮੇਰੇ ਖਿਆਲ ਨਾਲ ਸੈਣੀ ਨੂੰ ਐਡਮਿਟ ਕਰਨਾ ਪੈਣਾ ਹੈ ਕਿ ਉਹਨੇ ਆਪ ਕਮਿਟ ਕੀਤਾ ਹੈ ਆਫੈਂਸ, ਜਿਹੜਾ ਹੁਣ ਤੱਕ ਉਹ ਡਿਨਾਈ ਕਰਦਾ ਆਇਆ। ਠੀਕ ਹੈ। ਸੋ ਇਸ ਕਰਕੇ ਇਹੋ ਜਿਹੇ ਸਟੈਪ ਦੇ ਨਾਲ ਖਿਲਾਰਾ ਹੋਰ ਪੈ ਜਾਊਗਾ, ਇਨਸਾਫ ਮਿਲਣ ਦੀ ਉਮੀਦ ਖਤਮ ਹੋ ਜਾਊਗੀ, ਲੇਕਿਨ ਬਚਦਾ ਅਲਟੀਮੇਟਲੀ ਕੋਈ ਵੀ ਨਹੀਂ। ਜੇ ਆਪ ਸੈਨੀਆਂ ਸੋਚ ਲਵੇ ਕਿ ਇਹੋ ਜਿਹਾ ਸਟੈਂਡ ਲੈ ਕੇ ਉਹ ਕੇਸ ਚੋਂ ਨਿਕਲੂਗਾ ਉਹ ਬਿਲਕੁਲ ਵੀ ਨਹੀਂ। ਆਈਪੀਸੀ ਦੀਆਂ ਐਕਸੈਪਸ਼ਨਸ ਹੁੰਦੀਆਂ 76 ਸੈਕਸ਼ਨ ਆਨਵਰਡਸ ਜੀ, ਉਹਦੇ ਵਿੱਚ ਸਪੈਸੀਫਿਕਲੀ ਪ੍ਰੋਵਾਈਡਡ ਹੈ ਕਿ ਇਹੋ ਜਿਹੀ ਪਲੀ ਨਹੀਂ ਲਈ ਜਾ ਸਕਦੀ ਜੀ, ਕਿ ਇਲੀਗਲ ਆਰਡਰ ਓਬੇ ਨਹੀਂ ਕੀਤਾ ਜਾਣਾ। ਸੋ ਕੱਲ ਨੂੰ ਜੇ ਮੈਂ ਕਹਿ ਦਿਆਂ ਮੈਨੂੰ ਤੁਸੀਂ ਐਜ਼ ਅ ਸੀਨੀਅਰ ਆਰਡਰ ਕੀਤਾ ਸੀ ਗੋਲੀ ਚਲਾ ਦਿਓ ਤੇ ਮੈਂ ਚਲਾਤੀ, ਉਹ ਇਲੀਗਲ ਆਰਡਰ ਓਬੇ ਕਰਨਾ ਕਿਸੇ ਜੂਨੀਅਰ ਦਾ ਕੰਮ ਨਹੀਂ ਹੁੰਦਾ ਜੀ। ਕਿਉਂਕਿ ਹਾਲੇ ਤੱਕ ਇਹ ਸਿਰਫ ਇੱਕ ਅਫਵਾਹ ਹੈ, ਚਰਚਾ ਹੈ ਮੀਡੀਆ ਦੇ ਵਿੱਚ, ਹਾਲੇ ਕੋਈ ਮੈਂ ਵੀ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰ ਸਕਦਾ ਵੀ ਹਾਂਜੀ ਇਹ ਕਨਫਰਮ ਹੋ ਗਿਆ, ਲੇਕਿਨ ਇਹ ਚਰਚਾ ਚੱਲ ਰਹੀ ਹੈ। ਹੁਣ ਅਸੀਂ ਇਸ 'ਤੇ ਵਾਪਸ ਆਉਂਦੇ ਹਾਂ ਕਿ ਸੁਮੇਧ ਸਿੰਘ ਸੈਣੀ ਵਰਗੇ ਬੰਦਿਆਂ ਦੇ ਖਿਲਾਫ ਕੀ ਕਾਰਵਾਈ ਕਰਨੀ ਚਾਹੀਦੀ ਹੈ? ਦੂਸਰਾ ਮੇਰਾ ਸਵਾਲ ਹੈ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਹੀ IAS IPSਾਂ ਨੇ ਕਬਜ਼ਾ ਕੀਤਾ ਹੋਇਆ ਹੈ ਐਸੀ ਐਸੋਸੀਏਸ਼ਨਾਂ ਦੇ ਉੱਪਰ, ਔਰ ਜਿਹੜੇ ਕਾਬਲ ਹੈਗੇ ਨੇ ਪਲੇਅਰਸ ਉਹ ਸਿਲੈਕਟ ਨਹੀਂ ਹੋ ਪਾਉਂਦੇ, ਤੇ ਤਾਂ ਹੀ ਸਾਡੇ ਮੈਡਲ ਘੱਟ ਆਉਂਦੇ ਨੇ। ਤੇ ਤੁਸੀਂ ਕੀ ਸੁਜੈਸਟ ਕਰਦੇ ਹੋ ਵੀ ਕੀ ਫਾਰਮੂਲਾ ਗਵਰਨਮੈਂਟ ਆਫ ਇੰਡੀਆ ਨੂੰ ਅਪਣਾਉਣਾ ਚਾਹੀਦਾ ਹੈ ਵੀ ਤਾਂ ਕਿ ਇੱਕ ਅੱਛੇ ਜਿਹੜੇ ਪਲੇਅਰ ਹੈ ਉਹ ਅੱਗੇ ਆ ਸਕਣ ਤੇ ਇਹ ਜਿਹੜਾ ਸਿਲੈਕਸ਼ਨ ਪ੍ਰੋਸੈਸ ਹੈ ਉਹ ਟਰਾਂਸਪੇਰੈਂਟ ਹੋ ਸਕੇ? ਸਰ, ਜਿਹੜਾ ਤਾਂ ਬਿਊਰੋਕਰੈਟਸ ਦੇ ਟੌਪ ਪੋਸਟ ਹੋਲਡ ਕਰਨ ਦੀ ਚੀਜ਼ ਹੈ ਜੀ, ਉਹ ਤਾਂ ਦੇਖੋ ਮੈਂ ਉਸ ਚੀਜ਼ ਦੇ ਉੱਤੇ ਕਮੈਂਟ ਤਾਂ ਨਹੀਂ ਕਰ ਸਕਦਾ। ਕੋਈ ਵੀ ਐਸੋਸੀਏਸ਼ਨ ਬਣੇ, ਇੱਕ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਵਾਲਾ ਬੰਦਾ ਜੇ ਉਹਨੂੰ ਹੈਡ ਕਰ ਰਿਹਾ ਹੈ ਔਰ ਐਫੀਸ਼ੀਐਂਟਲੀ ਚਲਾ ਰਿਹਾ ਹੈ ਤੇ ਉਹਦੇ 'ਚ ਕੁਝ ਗਲਤ ਨਹੀਂ ਹੈ, ਉਹ ਤਾਂ ਬੈਟਰ ਹੈ ਜੀ। ਪਰ ਗੱਲ ਇਹ ਆਉਂਦੀ ਹੈ ਕਿ ਐਫੀਸ਼ੀਐਂਟਲੀ ਚਲਾ ਰਿਹਾ ਹੈ। ਐਫੀਸ਼ੀਐਂਟਲੀ ਚਲਾਉਣ ਵਾਲਾ ਕੋਈ ਸਿਵਿਲੀਅਨ ਹੈ, ਕੋਈ ਰਿਟਾਇਰਡ ਬਿਊਰੋਕਰੈਟ ਹੈ, ਉਹਦਾ ਕੋਈ ਫਰਕ ਨਹੀਂ ਪੈਂਦਾ। ਗੱਲ ਇਹ ਹੁੰਦੀ ਹੈ ਕਿ ਜਿਹੜੀ ਬਾਡੀ ਜਿਸ ਮਕਸਦ ਨਾਲ ਬਣਾਈ ਹੈ ਉਹ ਮਕਸਦ ਸਾਡਾ ਪੂਰਾ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ। ਜੇ ਉਹ ਮਕਸਦ ਪੂਰਾ ਨਹੀਂ ਹੋ ਰਿਹਾ ਫਿਰ ਉਹਦੇ ਵਿੱਚ ਇੰਪਰੂਵਮੈਂਟਸ ਦੀ ਲੋੜ ਹੈ, ਗਲਤ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਹੈ, ਕਿਉਂਕਿ ਆਫਟਰ ਆਲ ਗੱਲ ਉੱਥੇ ਹੀ ਆਉਂਦੀ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਸਾਡੀ ਇਮੇਜ ਦਾ ਸਵਾਲ ਹੈ ਜੀ। ਸੋ ਇਸ ਕਰਕੇ ਜੇ ਕੋਈ ਵੀ ਆਰਗੇਨਾਈਜੇਸ਼ਨ ਬਣੀ ਹੈ ਸਪੋਰਟਸ ਦੀ ਜਾਂ ਕੋਈ ਵੀ, ਜਿੱਥੇ ਵੀ ਕੋਈ ਰਿਟਾਇਰਡ ਬਿਊਰੋਕਰੈਟ ਹੈ, ਉਹਦਾ ਕੋਈ ਫਰਕ ਨਹੀਂ ਪੈਂਦਾ ਕਿ ਬਿਊਰੋਕਰੈਟ ਹੈ ਜਾਂ ਸਿਵਿਲੀਅਨ ਹੈ। ਲੇਕਿਨ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਜਿੱਥੇ ਗਲਤ ਹੋ ਰਿਹਾ ਹੈ ਉੱਥੇ ਇਮੀਡੀਏਟ ਰੈਕਟੀਫਿਕੇਸ਼ਨ ਬਹੁਤ ਜ਼ਰੂਰੀ ਹੈ, ਕਿਉਂਕਿ ਕੋਈ ਵੀ ਟਰਾਇਲ ਹੁੰਦੀ ਹੈ, ਸਪੋਰਟਸ ਐਕਟੀਵਿਟੀ ਸਾਰਾ ਸਾਲ ਚੱਲਦੀਆਂ। ਹੁਣ ਇਸ ਕੇਸ ਦੇ ਵਿੱਚ ਵੀ ਜਿਹਨੇ ਪਟੀਸ਼ਨ ਪਾਈ ਹੈ ਉਹ ਅੰਡਰ 19 ਕੈਟਾਗਰੀ ਦਾ ਸੀ, ਹੁਣ ਉਹ ਅੰਡਰ 20 'ਚ ਹੈ, ਹੋਰ 6 ਮਹੀਨਿਆਂ 'ਚ ਉਹ ਏਜ ਲਿਮਿਟ ਉਹ ਬ੍ਰੈਕਟ ਵੀ ਕ੍ਰਾਸ ਕਰ ਜਾਊਗਾ। ਸੋ ਉਸੇ ਤਰ੍ਹਾਂ ਸਪੋਰਟਸ ਕੈਟਾਗਰੀ ਦੇ ਵਿੱਚ ਸਪੋਰਟਸਮੈਨ ਜਿਹੜੇ ਹੁੰਦੇ ਆ ਉਹਨਾਂ ਦੀ ਐਕਟਿਵ ਸਪੋਰਟਸ ਦੀ ਲਾਈਫ ਬੜੀ ਸ਼ਾਰਟ ਹੁੰਦੀ ਹੈ ਜੀ। ਬਹੁਤ ਜ਼ਰੂਰੀ ਹੈ ਕਿ ਇਹੋ ਜਿਹੀ ਮੈਲ ਐਡਮਿਨਿਸਟ੍ਰੇਸ਼ਨ ਦੀ ਜਗ੍ਹਾ ਐਫੀਸ਼ੀਐਂਟ ਐਡਮਿਨਿਸਟ੍ਰੇਸ਼ਨ ਐਂਡ ਟਰਾਂਸਪੇਰੈਂਸੀ ਹੁੰਦਿਆਂ ਹੋਇਆਂ ਵੀ ਪਾਰਦਰਸ਼ਤਾ ਜਿਹਨੂੰ ਅਸੀਂ ਕਹਿੰਦੇ ਉਹ ਹੋਣੀ ਬਹੁਤ ਜ਼ਰੂਰੀ ਹੈ ਜੀ। ਜਿਸ ਤਰ੍ਹਾਂ ਵਿਰਕ ਸਾਹਿਬ ਨੇ ਗੱਲ ਕਹੀ ਹੈ ਕਿ ਐਸੇ ਜਿਹੜੇ ਸੁਮੇਧ ਸਿੰਘ ਸੈਣੀ ਵਰਗੇ ਚਾਹੇ ਅਫਸਰ ਹੈ ਜਾਂ ਕੋਈ ਹੋਰ ਵੀ ਸਿਵਿਲੀਅਨ ਵੀ ਹੈਗਾ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਦੂਸਰਾ, ਜਦੋਂ ਸ਼ਿਕਾਇਤਾਂ ਮਿਲਦੀਆਂ ਨੇ ਰੈਸਲਰਸ ਵੱਲੋਂ ਜਾਂ ਸਪੋਰਟਸਮੈਨ ਕਿਸੇ ਵੀ, ਚਾਹੇ ਹਾਕੀ ਹੈ, ਚਾਹੇ ਫੁੱਟਬਾਲ ਹੈ, ਚਾਹੇ ਕੋਈ ਵੀ ਹੋਰ ਗੇਮ ਹੈ, ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਕਿਆ ਇਹ ਸ਼ਿਕਾਇਤਾਂ ਜਿਹੜੀਆਂ ਹੋ ਰਹੀਆਂ ਨੇ ਇਹ ਠੀਕ ਨੇ ਜਾਂ ਗਲਤ ਨੇ, ਤਾਂ ਕਿ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਨੇ ਉਹ ਅੱਗੇ ਵੱਧ ਸਕਣ ਤੇ ਉਹ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ।